ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਅਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਕਿ ਜਿੱਥੇ-ਜਿੱਥੇ ਵੀ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਖੇਤੀ ਕਾਨੂੰਨਾਂ ਦੇ ਖਿਲਾਫ, ਉੱਥੇ ਪੰਜਾਬ ਦੇ ਕਲਾਕਾਰ ਪਹੁੰਚ ਰਹੇ ਨੇ, ਹਰਿਆਣਾ ਦੇ ਕਲਾਕਾਰ ਪਹੁੰਚ ਰਹੇ ਨੇ। ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ ਤੇ ਇਸ ਵੇਲੇ ਸਾਡੇ ਨਾਲ ਰੇਸ਼ਮ ਸਿੰਘ ਅਨਮੋਲ ਨੇ ਤੇ ਰੇਸ਼ਮ ਸਿੰਘ ਅਨਮੋਲ ਹੋਰੀ ਅੱਜ ਸ਼ੰਭੂ ਕਿਸਾਨਾਂ ਦੇ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਖਾਸ ਤੌਰ ਤੇ ਪਹੁੰਚੇ ਨੇ। ਰੇਸ਼ਮ, ਜਿਸ ਢੰਗ ਦੇ ਨਾਲ ਤੁਸੀਂ ਬਹੁਤ ਸਾਰੇ ਚਰਚਿਤ ਗੀਤ ਵੀ ਗਾਏ, ਮਕਬੂਲ ਵੀ ਹੋਏ, ਪਰ ਹੁਣ ਜਿਹੜਾ ਵੇਲਾ ਏ ਉਹ ਇਸ ਵੇਲੇ ਸੰਘਰਸ਼ ਦਾ ਏ ਤੇ ਅੱਜ ਵੀ ਤੁਸੀਂ ਸੰਘਰਸ਼ 'ਚ ਸ਼ਾਮਲ ਹੋਏ ਹੋ। ਕੀ ਮਹਿਸੂਸ ਹੋ ਰਿਹਾ ਇੱਥੇ ਆ ਕੇ, ਕੀ ਫੀਲਿੰਗ ਹੈਗੀ ਹੈ ਤੇ ਲੋੜ ਕਿਉਂ ਪਈ ਇੱਥੇ ਆਉਣ ਦੀ? ਐਕਚੁਅਲੀ ਜਦੋਂ ਦਾ ਇਹ ਆਰਡੀਨੈਂਸ ਆਇਆ ਜੂਨ ਜੁਲਾਈ ਤੋਂ ਲੈ ਕੇ, ਕਿਉਂਕਿ ਕਿਸਾਨ ਯੂਨੀਅਨ ਨਾਲ ਸਾਡਾ ਪਰਿਵਾਰ ਜੁੜਿਆ ਹੋਇਆ ਪੁਰਾਣੇ ਟਾਈਮ ਤੋਂ, ਉਦੋਂ ਤੋਂ ਮੈਂ ਇਹਨਾਂ ਬਿੱਲਾਂ ਦੇ ਖਿਲਾਫ ਹਾਂ। ਜਦੋਂ ਸ਼ੰਭੂ ਧਰਨਾ ਸਟਾਰਟ ਹੋਇਆ ਸੀ ਉੱਥੇ ਵੀ ਗਿਆ ਸੀ ਮੈਂ, ਫਿਰ ਬਟਾਲੇ ਧਰਨੇ 'ਤੇ ਗਿਆ। ਪਰਸੋਂ ਮੈਂ ਡੇਰਾ ਬਾਬਾ ਨਾਨਕ ਸੀਗੀ, ਅੱਜ ਸਾਡੀ ਡਿਊਟੀ ਇੱਥੇ ਲੱਗੀ ਸੀਗੀ। ਕਿਸਾਨ ਯੂਨੀਅਨ ਦਾ ਧਰਨਾ ਹੈਗਾ ਜਿਹੜਾ। ਇੱਕ ਤਾਂ ਜਿਹੜੇ ਇਹ ਬਿੱਲ ਨੇ ਦੋ ਤਿੰਨ ਬਹੁਤ ਜ਼ਿਆਦਾ ਇਹਨਾਂ 'ਤੇ ਚਰਚਾ ਹੋ ਚੁੱਕੀ ਹੈ, ਕਿਉਂਕਿ ਮੈਂ ਕਲਾਕਾਰ ਬਾਅਦ 'ਚ ਮੈਂ ਕਿਸਾਨ ਹਾਂ ਪਹਿਲਾਂ ਵੀ, ਹੁਣ ਵੀ। ਲੋਕਡਾਊਨ 'ਚ 6 ਮਹੀਨੇ ਤੋਂ ਸਾਰੇ ਕੰਮ ਬੰਦ ਸੀ ਤੇ ਮੈਂ ਆਪਣੀ ਖੇਤੀਬਾੜੀ ਕਰ ਰਿਹਾ ਉਸੇ ਦਿਨ ਤੋਂ। ਪਹਿਲੀ ਐਲਬਮ ਵੀ ਮੈਂ ਆਪਣੀ ਖੇਤੀ ਨਾਲ ਪੈਸੇ ਇਕੱਠੇ ਕਰਕੇ ਕੀਤੀ ਸੀਗੀ। ਦੋ ਤਿੰਨ ਇਹ ਬਿੱਲ ਵਧੀਆ ਹੋ ਸਕਦੇ ਸੀ। ਦੋ ਤਿੰਨ ਚੀਜ਼ਾਂ, ਜਿੱਦਾਂ ਫਾਰਮਰ ਨੂੰ ਕੋਰਟ ਦੇ ਵਿੱਚ ਜਾਣ ਦਾ ਹੱਕ ਨਹੀਂ ਹੈਗਾ ਜੇ ਕੋਈ ਡਿਸਪਿਊਟ ਹੁੰਦਾ। ਐਸਡੀਐਮ ਕੋਲੋਂ ਜਾ ਸਕਦਾ। ਐਸਡੀਐਮ ਤਾਂ ਪ੍ਰਸ਼ਾਸਨ ਹੀ ਹੈ, ਇਹ ਉਹ ਪੈਸੇ ਵਾਲੇ ਦੀ ਗੱਲ ਸੁਣੂਗਾ। ਦੂਜੀ ਜਿਹੜੀ ਗੱਲ ਹੈ ਕਿ ਐਮਐਸਪੀ ਦਾ ਰੌਲਾ ਬਹੁਤ ਪਿਆ ਹੋਇਆ। ਸਿਰਫ ਇੱਕ ਲਾਈਨ ਜੇ ਗੌਰਮੈਂਟ ਨਵੇਂ ਕਾਨੂੰਨ ਬਣਾ ਦੇਵੇ, ਉਹਦੇ 'ਚ ਲਿਖ ਦੇ ਕਿ 100% ਫਸਲਾਂ, ਇਕੱਲੀ ਝੋਨਾ ਕਣਕ ਨਹੀਂ, ਜਿੰਨੀ ਵੀ ਹੋਰ ਫਸਲਾਂ ਹੈਗੀਆਂ, ਉਹ ਜਿੰਨਾ ਗੌਰਮੈਂਟ ਮਿਨੀਮਮ ਸਪੋਰਟਸ ਪ੍ਰਾਈਸ ਤੈਅ ਕਰਦੀ ਹੈ ਉਹਦੇ 'ਤੇ ਖਰੀਦੀਆਂ ਜਾਣ। ਆਈ ਥਿੰਕ ਸਾਰੇ ਰੌਲੇ ਖਤਮ ਹੋ ਜਾਣੇ। ਤੁਸੀਂ ਜਾ ਰਹੇ ਹੋ ਵੱਖ-ਵੱਖ ਥਾਵਾਂ ਤੇ, ਤੁਸੀਂ ਖੁਦ ਵੀ ਦੱਸਿਆ ਏ, ਤੇ ਖਾਸ ਕਰ ਨੌਜਵਾਨਾਂ ਦਾ ਕਿਵੇਂ ਦਾ ਰੁਝਾਨ ਹੈ? ਕਿਉਂਕਿ ਅਸੀਂ ਪਹਿਲਾਂ ਦੇਖਦੇ ਹਾਂ ਸੰਘਰਸ਼ ਦੇ ਵਿੱਚ ਬਜ਼ੁਰਗ ਸਾਡੇ, ਜਿਵੇਂ ਤੁਸੀਂ ਦੱਸਿਆ ਤੁਹਾਡਾ ਪਰਿਵਾਰ ਵੀ ਜੁੜਿਆ ਹੋਇਆ, ਬਜ਼ੁਰਗ ਜ਼ਿਆਦਾ ਸ਼ਾਮਲ ਹੁੰਦੇ ਨੇ ਤੇ ਹੁਣ ਨੌਜਵਾਨ ਵੀ ਆ ਰਹੇ ਨੇ। ਇੱਕ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਤਾਕਤਾਂ ਦਾ ਜਿਹਨੇ ਸਾਨੂੰ ਇਕੱਠਾ ਹੋਣ ਦਾ ਮੌਕਾ ਦਿੱਤਾ। ਮੈਂ ਬਹੁਤ ਜ਼ਿਆਦਾ ਪੋਜ਼ਿਟਿਵ ਹਾਂ। ਬਹੁਤ ਅੱਛਾ ਇੱਕ ਪਲੇਟਫਾਰਮ ਸਾਨੂੰ ਸਾਰੇ ਪੰਜਾਬੀਆਂ ਨੂੰ ਮਿਲਿਆ। ਸਾਰੇ ਕਲਾਕਾਰ ਭੈਣ ਭਰਾਵਾਂ ਦਾ ਦਿਲੋਂ ਮੈਂ ਧੰਨਵਾਦ ਕਰਦਾ ਹਾਂ। ਔਰ ਯੂਥ ਪਹਿਲੀ ਵਾਰੀ ਇਸ ਵਾਰ ਸੜਕਾਂ 'ਤੇ ਆਇਆ ਸਾਡੇ ਬਜ਼ੁਰਗਾਂ ਦੇ ਨਾਲ। ਇਹਨਾਂ ਦੀ ਸਾਰੀਆਂ ਉਮਰਾਂ ਲੰਘ ਗਈਆਂ, ਹਜੇ ਕਈ ਐਕਸਪਾਇਰ ਵੀ ਹੋ ਗਏ ਧਰਨਿਆਂ 'ਤੇ, ਰੇਲ ਪਟੜੀਆਂ 'ਤੇ। ਪਹਿਲਾਂ ਅਵੇਅਰ ਨਹੀਂ ਸੀਗਾ ਯੂਥ, ਔਰ ਐਤਕੀ ਕਲਾਕਾਰਾਂ ਨੇ ਆਪਣਾ ਫਰਜ਼ ਨਿਭਾਇਆ, ਯੂਥ ਨੂੰ ਅਵੇਅਰ ਕੀਤਾ। ਕਿਉਂਕਿ ਇੱਕ ਆਰਟਿਸਟ ਨਾਲ ਲੱਖਾਂ ਬੰਦੇ ਜੁੜੇ ਹੁੰਦੇ ਆ ਸੋਸ਼ਲ ਮੀਡੀਆ 'ਤੇ, ਉਹਦਾ ਇੰਪੈਕਟ ਬਹੁਤ ਜ਼ਿਆਦਾ ਪੈਂਦਾ ਹੈ। ਇੱਕ ਤਾਂ ਬਿੱਲਾਂ 'ਚ ਵਾਕਈ ਬਿੱਲ ਇਹ ਮਾਰੂ ਨੇ, ਦੋ ਤਿੰਨ ਗੱਲਾਂ ਬਹੁਤ ਮਾੜੀਆਂ ਨੇ। ਦੂਜੇ ਕਲਾਕਾਰਾਂ ਦੇ ਆਉਣ ਨਾਲ ਅਵੇਅਰਨੈਸ ਬਹੁਤ ਜ਼ਿਆਦਾ ਹੋਈ ਆ। ਇਹੀ ਪ੍ਰੈਸ਼ਰ ਹੈ ਕਿ ਸਪੈਸ਼ਲ ਇਜਲਾਸ ਸੱਦਿਆ ਗਿਆ ਔਰ ਉਹ ਬਿੱਲ ਸਾਰੀ ਪਾਰਟੀਆਂ ਨੂੰ ਇਕੱਠਾ ਹੋਣਾ ਪਿਆ। ਤੁਸੀਂ ਹਰਿਆਣੇ ਨੂੰ ਬਿਲੋਂਗ ਕਰਦੇ ਹੋ, ਗੀਤ ਤੁਸੀਂ ਬਹੁਤਾ ਸਮਾਂ ਪੰਜਾਬ 'ਚ ਹੀ ਵਿਚਰਦੇ ਹੋ। ਹਰਿਆਣੇ 'ਚ ਕੀ ਮਾਹੌਲ ਹੈ ਇਸ ਵੇਲੇ? ਮੈਂ ਬਿਲਕੁਲ, ਇਹ ਬਾਰਡਰ ਹੀ ਹੈ ਮੇਰਾ, ਸ਼ੰਭੂ ਬਾਰਡਰ 'ਤੇ। ਇੱਥੇ 10-15-20 ਮਿੰਟ ਦੀ ਡਰਾਈਵ 'ਤੇ ਮੇਰੇ ਖੇਤ ਨੇ, ਮੇਰਾ ਘਰ ਹੈ ਉੱਥੇ ਹੀ। ਵੈਸੇ ਰਹਿੰਦੇ 10 ਸਾਲ ਤੋਂ ਚੰਡੀਗੜ੍ਹ, ਅਤੇ ਡੇਲੀ ਅਪ ਡਾਊਨ ਇੱਥੇ ਖੇਤਾਂ 'ਚ। ਵੈਸੇ ਵੱਡੇ ਬ੍ਰਦਰ ਡਾਕਟਰ ਨਿਰਮਲ ਸਿੰਘ ਹੈ, ਉਹ ਅਪ ਡਾਊਨ ਜ਼ਿਆਦਾ ਕਰਦੇ ਆ। ਵੀਕਐਂਡ 'ਤੇ ਮੈਂ ਆਉਂਦਾ, ਪਰ ਲੋਕਡਾਊਨ ਕਰਕੇ ਆਪਣੇ ਖੇਤਾਂ ਦੇ ਵਿੱਚ ਹੈ। ਹੁਣ ਝੋਨੇ ਦੀ ਕਟਾਈ ਚੱਲ ਰਹੀ ਹੈ। ਔਰ ਉਧਰ ਸਾਡੇ ਰਿਸ਼ਤੇਦਾਰ ਨੇ ਜਿਨ੍ਹਾਂ 'ਤੇ 302 ਲਾਤੀ ਹੈ, ਉਹ ਪ੍ਰੋਟੈਸਟ ਰੈਲੀ ਕੱਢ ਰਹੇ ਸੀਗੇ ਜਿਹੜੇ ਗੌਰਮੈਂਟ ਵਾਲੇ। ਸ਼ਾਇਦ ਭਾਜਪਾ ਦੇ ਕਿਸੇ ਆਗੂ ਦੀ ਡੈਥ ਹੋਈ। ਨਹੀਂ, ਉਹ ਵਿਚਾਰਾ ਕਿਸਾਨ ਬਜ਼ੁਰਗ ਹੈ, ਹਾਰਟ ਅਟੈਕ ਦਾ ਪੇਸ਼ੈਂਟ ਹੈ। ਉਹਨੂੰ ਧੱਕੇ ਨਾਲ ਰੈਲੀ 'ਚ ਲਿਆਏ ਤੇ ਉੱਥੇ ਵਿਚਾਰੇ ਨੂੰ ਹਾਰਟ ਅਟੈਕ ਹੋ ਗਿਆ। ਤੇ ਇਲਜ਼ਾਮ ਲਾਤਾ ਜਿਹੜੇ ਰੋਕ ਰਹੇ ਸੀਗੇ ਰੈਲੀ ਕਿ ਫਾਰਮਰ, ਕਿ ਉਹਨਾਂ ਨੇ ਮਾਰਿਆ ਉਹਨੂੰ। ਜਦ ਕਿ ਜਿਹੜੀ ਪਰਮਿਸ਼ਨ ਹੈ ਡੀਸੀ ਵੱਲੋਂ, ਉਹਦੇ 'ਤੇ ਲਿਖਿਆ ਗਿਆ ਹੈ ਕਿ ਘਾਟੇ ਵਾਧੇ ਦਾ ਨੁਕਸਾਨ ਜਿਹੜਾ ਹੈਗਾ ਉਹ ਜ਼ਿੰਮੇਵਾਰ ਹੈ, ਆਰਗੇਨਾਈਜ਼ਰ ਹੋਏਗਾ। ਗਲਤ ਹੋਇਆ ਜੋ ਵੀ ਹੋਇਆ, ਬਿਲਕੁਲ ਗਲਤ ਹੋਇਆ ਤੇ ਧੱਕਾ ਕੀਤਾ ਜਾ ਰਿਹਾ, ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਹੁਣ ਗੀਤਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪੰਜਾਬ ਦੇ ਸਿੰਗਰ ਜਿਹੜੇ ਨੇ ਉਹ ਕਿਸਾਨ ਪੱਖੀ ਗੀਤ ਲੈ ਕੇ ਆਏ ਨੇ, ਕਿਸਾਨਾਂ ਦੇ ਹੱਕ ਦੇ ਵਿੱਚ ਗੀਤ ਲੈ ਕੇ ਆਏ ਨੇ। ਰੇਸ਼ਮ ਸਿੰਘ ਅਨਮੋਲ ਵੀ ਇਸ ਤਰ੍ਹਾਂ ਦਾ ਕੋਈ ਗੀਤ ਲੈ ਕੇ ਆਇਆ ਜਾਂ ਲੈ ਕੇ ਆਊਗਾ? ਸਭ ਤੋਂ ਪਹਿਲਾਂ ਮੈਂ ਹੀ ਗੀਤ ਕੀਤਾ ਸੀਗਾ, ਕਿਉਂਕਿ ਮੈਂ ਆਰਡੀਨੈਂਸ ਜੂਨ ਜੁਲਾਈ 'ਚ ਆਏ ਆ, ਮੈਂ ਉਦੋਂ ਦਾ ਮੈਨੂੰ ਪਤਾ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਨਾਲ ਸਾਡਾ ਰਿਲੇਸ਼ਨ ਹੈਗਾ ਸ਼ੁਰੂ ਤੋਂ। ਸਭ ਤੋਂ ਪਹਿਲਾਂ ਮੈਂ ਗੀਤ ਰਿਲੀਜ਼ ਕੀਤਾ ਸੀਗਾ ਧਰਨਾ। ਮੈਂ ਚਾਹਾਂਗਾ ਦੋ ਲੈਣਾ ਤੁਹਾਡੇ ਰੂਬਰੂ ਕਰਾਂ। ਪੁੱਤਾਂ ਵਾਂਗੂ ਪਾਲ ਕੇ ਫਸਲ ਨਹੀਂ ਉਹ ਵਿਕਦੀ, ਰੋਲ ਤਾਂ ਕਿਸਾਨ ਸਾਲੀ ਹਜੇ ਵੀ ਨਾ ਟਿਕਦੀ। ਬਹਿ ਕੇ ਏਸੀਆਂ 'ਚ ਦਾਵੇ ਬਸ ਕਰਦੀ, ਕਹਿੰਦੇ ਛੱਡੋ ਕਿਸਾਨੋਂ ਫਾਹਾ ਲੈ ਕੇ ਮਰਨਾ। ਹੱਕ ਮਿਲਦਾ ਨਹੀਂ ਜਿੰਨਾ ਚਿਰ ਜ਼ਿਮੀਂਦਾਰਾਂ ਨੂੰ, ਲੱਗੂ ਸੜਕਾਂ 'ਤੇ ਸਰਕਾਰ ਐਵੇਂ ਧਰਨਾ। ਇੱਕ ਵਾਰੀ ਹੌਲ ਸਾਰਿਆਂ ਨੂੰ ਪਾ ਦਿਆਂਗੇ, ਚੁੱਪ ਰਹਿ ਕੇ ਨਹੀਂ ਉਹ ਸਾਥੋਂ ਹੁਣ ਜਮਾ ਸਰਨਾ। ਜੀ ਬਿਲਕੁਲ, ਬਹੁਤ ਅੱਛਾ। ਮਤਲਬ ਆਪਣੇ ਹੱਕ ਲੈਣ ਲਈ ਜਿਹੇ ਜੋ ਵੀ ਸੰਘਰਸ਼ ਕਰਨਾ ਪਵੇ, ਧਰਨੇ ਦੇਣੇ ਪੈਣ, ਸੜਕਾਂ 'ਤੇ ਬੈਠਣਾ ਪਵੇ, ਰੇਲਵੇ ਲਾਈਨਾਂ 'ਤੇ ਬੈਠਣਾ ਪਵੇ, ਤਾਂ ਧਰਨੇ ਲਾ ਕੇ ਅਸੀਂ ਆਪਣੇ ਹੱਕ ਜ਼ਰੂਰ ਲਵਾਂਗੇ। ਅਨਮੋਲ,
ਬਿਲਕੁਲ, ਇੱਕ ਤਾਂ ਮੈਂ ਪੋਜ਼ਿਟਿਵ ਹਾਂ ਬਹੁਤ ਜ਼ਿਆਦਾ। ਜਦੋਂ ਤੱਕ ਸਾਡੇ ਕੋਲ ਏਕਾ ਹੈ, ਇਹਨਾਂ ਦਾ ਇਕੱਠ ਮੁੱਠੀ ਬੰਦ ਕਹਿੰਦੇ ਤਾਕਤ ਬਹੁਤ ਹੁੰਦੀ ਹੈ। ਇਹ ਪਹਿਲੇ ਕਦੇ ਨਹੀਂ ਹੋਇਆ ਕਿ ਸਾਰੀਆਂ ਪੋਲੀਟੀਕਲ ਪਾਰਟੀਜ਼, ਸਾਰਾ ਯੂਥ, ਸਾਰੇ ਆਰਟਿਸਟ, ਬੁੱਧੀਜੀਵੀ ਔਰ ਕਲਾਕਾਰ ਵੀ ਇਸ ਢੰਗ ਦੇ ਨਾਲ ਇੰਨਾ ਅੱਗੇ ਆਉਣ, ਧਰਨਿਆਂ 'ਚ ਸ਼ਾਮਲ ਹੋਣ, ਪਹਿਲੀ ਵਾਰੀ ਆ ਸ਼ਾਇਦ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਬਿਲਕੁਲ ਜੀ, ਸਾਨੂੰ ਆਪਣਾ ਫਰਜ਼ ਨਿਭਾਉਣ ਦਾ ਮੌਕਾ ਮਿਲਿਆ। ਜਦੋਂ ਤੱਕ ਆਪਾਂ ਇੱਕ ਹਾਂ, ਜਿਹੜਾ ਮਰਜ਼ੀ ਕਾਨੂੰਨ ਲਾਗੂ ਕਰ ਦਿਓ, ਕੋਈ ਡਰ ਹੈ ਹੀ ਨਹੀਂ ਕਿਸੇ ਗੱਲ ਦਾ। ਕਿੱਦਾਂ ਸਾਡੀ ਪੈਲੀ 'ਚ ਪੈਰ ਰੱਖ ਲਵੇਗਾ ਕੋਈ। ਲੱਗਦਾ ਹੈ ਕਿ ਪਰ ਮੋਦੀ ਸਰਕਾਰ ਤਾਂ ਟਸ ਤੋਂ ਮਸ ਨਹੀਂ ਹੋ ਰਹੀ। ਕੱਲ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਤੋਂ ਬੋਲ ਰਹੇ ਸੀਗੇ, ਉਹਨਾਂ ਨੇ ਕਿਹਾ ਕਿ ਪਿੱਛੇ ਨਹੀਂ ਹਟਾਂਗੇ ਅਸੀਂ। ਮੈਂ ਉਹੀ ਗੱਲ ਕਹੀ ਹੈ ਕਿ ਜਦੋਂ ਤੱਕ ਤੁਹਾਡਾ ਏਕਾ ਹੈ, ਚਾਹੇ ਟਰੰਪ ਵੀ ਆ ਜਾਵੇ, ਕੋਈ ਕਾਨੂੰਨ ਲਾ ਦੇਵੇ, ਕੀ ਮਤਲਬ ਹੈ ਸਾਡੇ ਇੱਥੇ ਪੈਰ ਪਾ ਲੂਗਾ ਕੋਈ। ਬਸ ਏਕਾ ਬਰਕਰਾਰ ਚਾਹੀਦਾ ਸਾਨੂੰ, ਔਰ ਇੱਕ ਡੈਮੋਕ੍ਰੇਸੀ ਨਹੀਂ ਭੁੱਲਣੀ ਚਾਹੀਦੀ, ਡਿਸਪਲਿਨ ਨਹੀਂ ਭੁੱਲਣੀ ਚਾਹੀਦੀ। ਕਿਉਂਕਿ ਯੂਥ ਸਪੈਸ਼ਲੀ ਗਰਮ ਖੂਨ ਹੁੰਦਾ ਹੈ, ਕਈ ਵਾਰੀ ਗਲਤ ਨਾਅਰੇ ਲਾ ਦਿੰਦੇ ਆ ਜਾਂ ਡੈਮੋਕ੍ਰੈਟਿਕ ਵੇ ਨਾਲ ਪ੍ਰੋਟੈਸਟ ਜਦੋਂ ਆਪਾਂ ਨਹੀਂ ਕਰਦੇ, ਇੱਕ 10 ਸੈਕਿੰਡ ਦੀ ਕਲਿੱਪ ਵੀ ਸਾਨੂੰ ਜੇਲ੍ਹ 'ਚ ਬਚਾ ਸਕਦੀ ਹੈ। ਕਿਉਂਕਿ ਨੈਸ਼ਨਲ ਮੀਡੀਆ ਤਾਂ ਤਿਆਰ ਬੈਠਾ ਇੱਦਾਂ ਦੀ ਚੀਜ਼ਾਂ ਲਈ, ਔਰ ਸ਼ੁਕਰਗੁਜ਼ਾਰ ਹਾਂ ਸਾਡੇ ਪੰਜਾਬੀ ਮੀਡੀਆ ਦੇ ਜਿੰਨੇ ਸਾਥ ਦਿੱਤਾ ਹੈ ਸੱਚ ਦਾ, ਸੱਚਾਈ ਦਾ। ਉਹ ਤਾਂ ਕੰਗਣਾ ਨੂੰ ਛਿੱਕ ਲੱਗ ਜੇ ਤਾਂ ਉਹਦੇ ਪਿੱਛੇ ਪੈ ਜਾਂਦੇ ਆ। ਇੱਥੇ ਮਾੜੀ ਜੀ ਅੱਗ ਲੱਗ ਜੇ 15 ਮਿੰਟ 'ਚ ਧੂੰਆਂ ਦਿੱਲੀ ਪਹੁੰਚਦਾ, ਨਾ ਯੂਪੀ ਜਾਂਦਾ ਨਾ ਰਾਜਸਥਾਨ, ਸਿੱਧਾ ਦਿੱਲੀ ਰੁਕਦਾ ਜਾ ਕੇ। ਪਰ 2 ਮਹੀਨੇ ਤੋਂ ਕਿਸਾਨ ਸੜਕਾਂ 'ਤੇ ਨੇ, ਇਹ ਨੈਸ਼ਨਲ ਮੀਡੀਆ ਨੂੰ ਨਜ਼ਰ ਹੀ ਨਹੀਂ ਆਉਂਦਾ। ਬਿਲਕੁਲ, ਨੈਸ਼ਨਲ ਮੀਡੀਆ ਨੇ ਦਿਖਾਇਆ ਵੀ ਨਹੀਂ ਤੇ ਤੁਸੀਂ ਦੇਖ ਹੀ ਰਹੇ ਹੋ, ਖੁਦ ਜ਼ਿਕਰ ਕਰ ਰਹੇ ਹੋ ਕਿ ਕਿਵੇਂ ਕਿਹੜੀਆਂ ਖਬਰਾਂ ਉਹ ਦਿਖਾ ਰਹੇ ਨੇ। ਇਸ ਵੱਲ ਚਾਹੀਦਾ ਨਹੀਂ ਕਿ ਪੰਜਾਬ ਹੈ ਦੇਸ਼ ਦਾ ਢਿੱਡ ਭਰਦਾ ਹੈ, ਨਾਰਥ ਇੰਡੀਆ ਦਾ ਇੱਕ ਸੂਬਾ ਹੈ, 28 ਸੂਬਿਆਂ ਦੇ ਵਿੱਚੋਂ ਇੱਕ ਹੈ, ਭਾਰਤ ਦਾ ਅੰਗ ਹੈ, ਕਿਉਂ ਨਹੀਂ ਉਹਦੀ ਬਾਤ ਸੁਣੀ ਜਾ ਰਹੀ? ਇੱਕ ਤਾਂ ਇੱਥੇ ਜਾਗਦੀ ਜ਼ਮੀਰ ਵਾਲੇ ਹੈ। ਤੁਸੀਂ ਦੇਖੋ ਜਿਹੜੇ ਬਿੱਲ ਹੈ ਪੂਰੇ ਦੇਸ਼ ਲਈ ਹੈ। ਇੱਕ ਇਹ ਵੀ ਸੱਚਾਈ ਹੈ ਕਿ ਜਿਹੜੇ 20-30% ਫਾਰਮਰਸ ਨੇ ਜਿਨ੍ਹਾਂ ਨੂੰ MSP ਦਾ ਬੈਨੀਫਿਟ ਹੁੰਦਾ। ਪੰਜਾਬ ਤੇ ਹਰਿਆਣਾ ਮੇਨ ਝੋਨਾ ਤੇ ਕਣਕ ਜਿਹੜੀ ਮੇਨ ਫਸਲ ਹੈ। ਪਰ ਜਿੱਦਾਂ ਸਰਕਾਰ ਕਹਿ ਰਹੀ ਹੈ ਕਿ MSP ਜਿੱਦਾਂ ਹੈ ਉੱਦਾਂ ਹੀ ਚੱਲਦਾ ਰਹੂਗਾ, ਹੈ ਨਾ। ਪਹਿਲੀ ਗੱਲ ਤਾਂ ਉਹ ਲਿਖ ਕੇ ਨਹੀਂ ਦੇ ਰਹੇ, ਚਲੋ ਉਸ ਗੱਲ ਨੂੰ ਵੀ ਛੱਡ ਦਿਓ। ਦੂਜੀ ਗੱਲ ਉਹ ਕਹਿ ਰਹੇ ਨੇ ਜਿੱਦਾਂ ਹੈ ਉੱਦਾਂ ਹੀ ਚੱਲਦਾ ਰਹੂਗਾ। ਜਿੱਦਾਂ ਚੱਲ ਰਿਹਾ ਇਹ ਫਾਹਾ ਲੈ ਰਹੇ ਨੇ ਲੋਕੀ। ਹੁਣ MSP ਮੱਕੀ ਦਾ ਹੈਗਾ 1650, ਵਿਕ ਰਹੀ ਹੈ 700-800, ਕਹਿ ਰਹੇ ਇਦਾਂ ਹੀ ਚੱਲਦਾ ਰਹੂਗਾ। ਇਹ ਵੀ ਮਾੜੀ ਗੱਲ ਹੈ, ਜਿੱਦਾਂ ਚੱਲ ਰਿਹਾ ਇਹਨੂੰ ਤਾਂ ਠੀਕ ਕਰ ਦਿਓ। ਬਿਲਕੁਲ, MSP ਦੇਣ ਨਾਲ MSP ਮਿਲ ਥੋੜੋ ਨਾ ਗਈ। MSP ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਜਿੰਨੀ ਹੈਗੀ ਆ ਉਸ ਤੇ ਤਾਂ ਰੇਟ ਹੀ ਨਹੀਂ ਮਿਲ ਰਿਹਾ। ਕਿਸਾਨ ਤਾਂ ਫੇਰ ਕਰਜ਼ੇ ਹੇਠਾਂ ਸੁਸਾਈਡ ਕਰ ਰਿਹਾ। ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਾਂ, ਇਹਦਾ ਜ਼ਿਕਰ ਸ਼ਾਇਦ ਨਹੀਂ ਹੋਇਆ। ਉਸ ਬਿੱਲ ਦੇ ਅੰਦਰ ਇਹ ਚੀਜ਼ਾਂ ਲਿਖੀਆਂ ਗਈਆਂ ਨੇ, ਜਿੱਦਾਂ ਆਪਾਂ ਰਿਸ਼ਤਾ ਕਰਦੇ ਆ ਨਾ, ਵੀ ਕੁੜੀ ਦੇ ਨੈਣ ਨਕਸ਼ ਕਿੱਦਾਂ ਦੇ ਹੈ, ਹਾਈਟ ਕਿੱਦਾਂ ਦੀ ਹੈ, ਬੋਲਦੀ ਕਿੱਦਾਂ ਹੈ, ਤੁਰਦੀ ਕਿੱਦਾਂ ਹੈ। ਉਹਦੇ 'ਚ ਲਿਖਿਆ ਹੋਇਆ ਹੈ ਕਿ ਫਸਲ ਦੇ ਫੀਚਰਸ, ਉਹਦੀ ਅਪੀਅਰੈਂਸ, ਇਹ ਚੀਜ਼ਾਂ ਲਿਖੀਆਂ ਗਈਆਂ ਨੇ ਉੱਥੇ ਕਿ ਜੇ ਦੇਖਣ ਨੂੰ ਸਹੀ ਨਹੀਂ ਹੈਗੀ ਤਾਂ ਨਹੀਂ MSP ਮਿਲਣਾ। ਜੇ ਜਿੱਦਾਂ ਮੋਇਸਚਰ ਦਾ ਅੱਜ ਕੱਲ੍ਹ ਰੌਲਾ ਪੈਂਦਾ ਹੈ ਨਾ, 17% ਗਵਰਨਮੈਂਟ ਕਹਿ ਰਹੀ ਆ, 1-2% ਮੋਇਸਚਰ ਇੱਧਰ ਉੱਧਰ ਹੋ ਜੇ ਤਾਂ ਨਹੀਂ ਰੇਟ ਮਿਲਣਾ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹਦੇ ਕਰਕੇ ਕਿਸਾਨ ਮਰਦਾ। ਨਰਮਲ, ਬਹੁਤ ਸਾਰੇ ਸਿੰਗਰ ਆਉਂਦੇ ਨੇ ਧਰਨਿਆਂ ਦੇ ਵਿੱਚ, ਪਰ ਕਿਤੇ ਕਿਤੇ ਸਾਨੂੰ ਲੱਗਦਾ ਕਿ ਥੋੜਾ ਜਿਹਾ ਘੱਟ ਵੀ ਗਏ ਨੇ, ਸ਼ਾਇਦ ਬਿਜ਼ੀ ਵੀ ਹੋ ਗਏ ਨੇ ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਜਾਂ ਸ਼ੋਜ਼ ਦੇ ਵਿੱਚ। ਲੱਗਦਾ ਕਿ ਆਉਂਦੇ ਰਹਿਣਗੇ ਅੱਗੇ ਤੇ ਤੁਸੀਂ ਵੀ ਆਉਂਦੇ ਰਹੋਗੇ। ਜਿਹੜੀ ਫਿਜ਼ੀਕਲ ਅਪੀਅਰੈਂਸ ਹੈ ਸਾਡੀ, ਇਹ ਚਾਹੇ ਘੱਟ ਹੋ ਜੇ, ਪਰ ਸਾਡਾ ਸੋਸ਼ਲ ਮੀਡੀਆ ਤੇ ਲੱਖਾਂ ਲੋਕੀ ਸਾਡੇ ਨਾਲ ਜੁੜੇ ਹੋਏ ਨੇ। ਸਾਨੂੰ ਸੋਸ਼ਲ ਮੀਡੀਆ ਤੇ ਅਵੇਅਰ ਕਰਨਾ ਨਹੀਂ ਛੱਡਣਾ ਚਾਹੀਦਾ, ਕਿਉਂਕਿ ਉੱਥੇ ਲੱਖਾਂ ਲੋਕੀ ਸਾਡੇ ਨਾਲ ਜੁੜੇ ਹੋਏ ਆ। ਧਰਨਿਆਂ ਤੇ ਵੈਸੇ ਹਾਜ਼ਰੀ ਲੱਗਦੀ ਰਹੇ ਬਹੁਤ ਵਧੀਆ, ਪਰ ਸੋਸ਼ਲ ਮੀਡੀਆ ਤੇ ਜੇ ਤੁਸੀਂ ਬੰਦ ਕਰ ਦੋਗੇ ਫਿਰ ਮਾੜੀ ਗੱਲ ਹੈ। ਰਾਜਨੀਤਿਕ ਪਾਰਟੀਆਂ ਦਾ ਕੋਈ ਦਬਾਅ ਵੀ ਕਈ ਵਾਰੀ ਹੋ ਜਾਂਦਾ ਕਲਾਕਾਰਾਂ ਤੇ, ਕਿਉਂਕਿ ਤੁਸੀਂ ਜਾਣਦੇ ਹੋ, ਜਾਂ ਸਰਕਾਰਾਂ ਤੇ ਕੋਈ ਇਸ ਤਰ੍ਹਾਂ ਦਾ ਕਦੇ ਕੋਈ ਸਾਹਮਣਾ ਕਰਨਾ ਪੈਂਦਾ? ਬਿਲਕੁਲ, ਸਾਨੂੰ ਮੈਸੇਜ ਵੀ ਆਉਂਦੇ ਆ, ਕਈ ਵਾਰੀ ਸਾਨੂੰ ਗਾਲਾਂ ਵੀ ਕੱਢਦੇ ਆ ਲੋਕੀ ਵੀ, ਤੁਸੀਂ ਪੋਲੀਟੀਕਲ ਹੋ ਗਏ। ਸਾਡਾ ਸਿੱਧਾ ਕਹਿਣਾ ਕਿ ਨਾ ਆਪਾਂ ਕਿਸੇ ਪਾਰਟੀ ਨੂੰ ਸਪੋਰਟ ਕਰਦੇ ਹਾਂ, ਨਾ ਵਿਰੋਧ ਕਰਦੇ ਹਾਂ ਕਿਸੇ ਦਾ। ਹਾਂ, ਐਗਰੀਕਲਚਰ ਦੇ ਜਿਹੜੇ ਕਾਨੂੰਨ ਨੇ ਇਹਨਾਂ ਦਾ ਵਿਰੋਧ ਜ਼ਰੂਰ ਕਰਦੇ ਹਾਂ। ਵਿਰੋਧ ਦੇ 2-3 ਲੌਜਿਕ ਪੁਆਇੰਟ ਨੇ। ਇੱਕ ਤਾਂ ਕੋਰਟ ਦਾ ਜਿਹੜਾ ਹੱਕ ਹੈ ਉਹ ਸਾਨੂੰ ਦੇ ਦਿਓ। ਦੂਜੀ ਗੱਲ ਹੈ ਕਿ ਜਿਹੜਾ MSP ਹੈ ਉਹਨੂੰ ਇੱਕ ਕਾਨੂੰਨ ਬਣਾ ਦਿਓ, ਔਰ ਸਾਰੀਆਂ ਫਸਲਾਂ ਲਈ ਬਣਾ ਦਿਓ, ਇਕੱਲੇ ਕਣਕ ਤੇ ਝੋਨੇ ਲਈ ਨਹੀਂ। ਰੌਲਾ ਖਤਮ ਹੋ ਜਾਣਾ, ਕੋਈ ਲਿਖ ਕੇ ਦੇਣ ਨੂੰ ਤਿਆਰ ਹੀ ਨਹੀਂ। ਆਈ ਥਿੰਕ ਨੀਤ 'ਚ ਫਰਕ ਲੱਗਦਾ। ਠੀਕ ਹੈ, ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ, ਸਮਾਂ ਦੇਣ ਦੇ ਲਈ। ਸੋ ਰੇਸ਼ਮ ਸਿੰਘ ਅਨਮੋਲ ਦੀ ਗੱਲਬਾਤ ਤੁਸੀਂ ਸੁਣੀ ਹੈ, ਕਿਸ ਢੰਗ ਦੇ ਨਾਲ ਉਹਨਾਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਨੇ। ਏਕਤਾ ਦੀ ਲੋੜ ਤੇ ਜ਼ੋਰ ਦਿੱਤਾ ਕਿ ਏਕਾ ਬਹੁਤ ਜ਼ਰੂਰੀ ਹੈ, ਸੰਘਰਸ਼ 'ਚੋਂ ਜਿੱਤ ਹਾਸਲ ਹੋਣੀ ਹੈ, ਕੇਂਦਰ ਸਰਕਾਰ ਨਾਲ ਟੱਕਰ ਹੈ ਤੇ ਕਿਸਾਨ ਜਿਹੜਾ ਪੰਜਾਬ ਦਾ ਉਹ ਅੰਨਦਾਤਾ, ਇਹ ਦੇਸ਼ ਦਾ ਢਿੱਡ ਭਰਦਾ ਹੈ ਤੇ ਉਹਦੀ ਸਾਰ ਸਰਕਾਰਾਂ ਨੂੰ ਲੈਣੀ ਚਾਹੀਦੀ ਹੈ। ਫਿਲਹਾਲ ਕੈਮਰਾਮੈਨ ਦਰਸ਼ੀ ਦੇ ਨਾਲ ਰਣਵੀਰ ਸਿੰਘ।